ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਕਹਾਣੀਆਂ 'ਤੇ। ਛਿੰਦਾ ਦਿਹਾੜੀਦਾਰ ਬੰਦਾ ਸੀ। ਉਹ ਪਿੰਡ ਵਿੱਚ ਰਹਿੰਦਾ ਸੀ। ਘਰ ਵਿੱਚ ਉਸਦੀ ਪਤਨੀ ਨਸੀਬੋ ਤੇ ਉਸਦੀਆਂ ਦੋ ਧੀਆਂ ਕਿਰਨ ਤੇ ਸ਼ੁਭਮਨ ਸਨ। ਛਿੰਦਾ ਭਾਵੇਂ ਆਪ ਕੋਰਾ ਅਨਪੜ੍ਹ ਬੰਦਾ ਸੀ, ਪਰ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਗਰੀਬੀ, ਮਾੜੇ ਦਿਨ, ਅਨਪੜ੍ਹ ਹੋਣ ਕਰਕੇ ਉਹਨਾਂ ਦੇ ਹੰਢਾਏ ਨੇ। ਉਸਦੇ ਬੱਚੇ ਵੀ ਨਾ ਉਹ ਸਭ ਹੰਢਾਉਣ। ਸਾਰਾ ਦਿਨ ਮੰਡੀ 'ਚ ਮਿਹਨਤ ਮਜ਼ਦੂਰੀ ਕਰਦਾ ਤੇ ਕਿਤੇ ਸ਼ਾਮ ਨੂੰ ਜਾ ਕੇ ਘਰ ਦਾ ਚੁੱਲ੍ਹਾ ਬਲਦਾ ਸੀ। ਉਸਦੀ ਘਰਵਾਲੀ ਵੀ ਲੋਕਾਂ ਦੇ ਝਾੜੂ ਪੋਚਾ ਸਾਫ਼ ਸਫਾਈਆ ਕੰਮ ਕਰਦੀ ਸੀ ਤੇ ਘਰ ਆ ਕੇ ਡੰਗਰਾਂ ਦਾ ਕਰਦੀ ਸੀ। ਇੱਕ ਮਿੰਟ ਵੀ ਨਾ ਟਕਾ ਨਹੀਂ ਸੀ ਮਿਲਦਾ। ਇੱਦਾਂ ਹੀ ਕਰਾ ਕੇ ਘਰ ਦੇ ਬੱਚਿਆਂ ਦੇ ਸਕੂਲ ਦੇ ਖਰਚੇ ਨਿਕਲ ਜਾਂਦੇ ਸੀ। ਘਰ ਵਿੱਚ ਜੋ ਵੀ ਕੁਝ ਸੀ ਦੋਵਾਂ ਜੀਆਂ ਉਸੇ ਵਿੱਚ ਗੁਜ਼ਾਰਾ ਕਰ ਰਹੇ ਸੀ ਤੇ ਰੱਬ ਦੀ ਰਜ਼ਾ 'ਚ ਰਾਜੀ ਸੀ। ਇੱਕ ਵਾਰੀ ਛਿੰਦੇ ਨੂੰ ਉਸਦੇ ਜਿਗਰੀ ਯਾਰ ਬਿਸ਼ਨੇ ਦਾ ਸੁਨੇਹਾ ਆਇਆ। ਮਿਲ ਕੇ ਜਾਣ ਲਈ ਛਿੰਦਾ ਸੋਚੀ ਪੈ ਗਿਆ। ਅਚਾਨਕ ਕੀ ਗੱਲ ਹੋ ਗਈ ਬਾਈ? ਅਗਲੇ ਦਿਨ ਹੀ ਛਿੰਦਾ ਜਾ ਪਹੁੰਚਿਆ ਬਿਸ਼ਨੀ ਦੇ ਘਰ। ਉਸਦੇ ਜਾਂਦੇ ਨੂੰ ਕਲੇਸ਼ ਪਾਈ ਬੈਠੀ ਸੀ ਬਿਸ਼ਨੀ ਦੀ ਮਾਂ ਸੰਤੀ, ਕਿਉਂਕਿ ਬਿਸ਼ਨੀ ਦੇ ਘਰ ਕੁੜੀ ਹੋਈ ਸੀ, ਜਦ ਕਿ ਉਹ ਮੁੰਡੇ ਦੀਆਂ ਆਸਾਂ ਲਗਾਈ ਬੈਠੀ ਸੀ। ਉਹ ਬਿਸ਼ਨੇ ਦੀ ਘਰਵਾਲੀ ਨੂੰ ਕੋਸਣ ਲੱਗੀ ਹੋਈ ਸੀ। ਮਾੜਾ ਚੰਗਾ ਜੋ ਮੂੰਹ ਆਇਆ ਬੋਲੀ ਜਾ ਰਹੀ ਸੀ। ਆਖੇ ਪਹਿਲਾ ਜਵਾਕ ਸੀ ਜੰਮਿਆ, ਉਹ ਵੀ ਪੱਥਰ ਮਾਰਿਆ ਸਾਡੇ ਸਿਰ 'ਤੇ। ਵੇ ਬਿਸ਼ਨਿਆ, ਦੇਖੀ ਕੀ ਜਾਨਾ, ਫਾਹਾ ਵੱਢ ਦੇ ਇਸਦਾ ਹੁਣੇ, ਨੀ ਕੱਲ੍ਹ ਨੂੰ ਵਿਹੜੇ 'ਚ ਪੱਥਰੀ ਪੱਥਰ ਰੁੜੇ ਫਿਰਨਗੇ। ਦੇਖੀ, ਮੈਂ ਤਾਂ ਪਹਿਲਾਂ ਹੀ ਪਿੱਟਦੀ ਸੀ। ਉੱਜੜ ਜਾਓ ਕਿਸੇ ਡਾਕਟਰ ਕੋਲ ਨੂੰ ਦਿਖਾ ਲਾ। ਤੂੰ ਨਾ ਸੁਣੀ ਮੇਰੀ ਬੁੱਢੀ ਦੀ, ਬੋਲ ਬੋਲ ਕੇ ਮੇਰਾ ਤਾਂ ਸੰਗ ਹੀ ਸੁੱਕ ਗਿਆ ਏ ਤੈਨੂੰ। ਬਿਸ਼ਨੇ ਦੀ ਘਰਵਾਲੀ ਕੰਧ ਨਾਲ ਲੱਗੀ ਹੋਈ ਜਾ ਰਹੀ ਸੀ, ਬਾਰ-ਬਾਰ ਤਰਲੇ ਕਰ ਰਹੀ ਸੀ। ਉਹ ਆਪਣੀ ਧੀ ਨੂੰ ਲੈ ਕੇ ਪੇਕੇ ਚਲੀ ਜਾਊ, ਪਰ ਇਹ ਕਹਿਰ ਨਾ ਕਮਾਓ। ਮੇਰੀ ਧੀ ਤੇ ਉਸਦਾ ਕੀ ਕਸੂਰ ਹੈ? ਇਸ ਵਿੱਚ ਬਿਸ਼ਨਾ ਡੁੰਨ-ਵੱਟਾ ਬਣਿਆ ਖੜਾ ਰਿਹਾ ਸੀ। ਉਸਦੀ ਜ਼ੁਬਾਨੋਂ ਇੱਕ ਵੀ ਲਫ਼ਜ਼ ਨਾ ਨਿਕਲਿਆ। ਆਖਰ ਕੋਈ ਪੇਸ਼ ਨਹੀਂ ਚੱਲਦੀ। ਦੇਖੇ ਬਿਸ਼ਨੇ ਨੂੰ ਕਹਿੰਦੇ, ਵੇ ਪੁੱਤ, ਇਸਨੂੰ ਕੁੱਜੇ 'ਚ ਪਾ ਕੇ ਦੱਬ ਆ ਕਿਤੇ। ਛਿੰਦਾ ਇਹ ਸਭ ਖੜਾ ਸੁਣ ਰਿਹਾ ਸੀ। ਉੱਦਾਂ ਦਾ ਬਿਸ਼ਨਾ ਸੀ, ਮਾਂ ਦਾ ਲਾਈ ਲੱਗ, ਉਸਦੇ ਪੱਲੂ ਨਾ ਬੰਨ੍ਹਿਆ ਰਹਿਣ ਵਾਲਾ। ਇਸ ਤੋਂ ਪਹਿਲਾਂ ਬਿਸ਼ਨਾ ਕੁਝ ਕਰਦਾ। ਆਖਰ ਜਦ ਤੱਕ ਛਿੰਦੇ ਤੋਂ ਸਬਰ ਨਾ ਹੋਇਆ ਤੇ ਕਹਿਣ ਲੱਗਾ, ਤੁਹਾਨੂੰ ਕੁੜੀ ਜੰਮੀ ਦਾ ਜੇ ਇੰਨਾ ਹੀ ਦੁੱਖ ਹੈ ਤਾਂ ਮੈਨੂੰ ਦੇ ਦਿਓ, ਮੈਂ ਪਾਲ ਲੂੰਗਾ ਇਸਨੂੰ। ਇਹ ਸੁਣ ਕੇ ਸੰਤੀ ਕਹਿਣ ਲੱਗੀ, 11ਵੇਂ ਛਿੰਦਾ, ਅਕਲ ਨੂੰ ਹੱਥ ਮਾਰ। ਪਹਿਲਾਂ ਆਪਣੀਆਂ ਦੋ ਜੰਮੀਆਂ ਉਹ ਤਾਂ ਸਾਂਭ ਲਾ। ਪਹਿਲਾਂ ਹੀ ਕਬੀਲਦਾਰੀਆਂ ਭਾਰੀ ਐ ਤੇਰੇ ਸਿਰ 'ਤੇ। ਦਿਹਾੜੀਦਾਰ ਬੰਦਾ ਤੂੰ, 100 ਖਰਚੇ ਹੁੰਦੇ ਆ ਘਰਾਂ ਦੇ। ਕੱਲ੍ਹ ਨੂੰ ਇਹ ਵੱਡੀਆਂ ਹੋਣੀਆਂ ਨੇ, ਵਿਆਹ ਕਰਕੇ ਸੌਖੇ ਪਏ ਨੇ ਕਿਤੇ ਕੁੜੀਆਂ ਦੇ। ਵਿਆਹ ਮੰਗਿਆਂ ਧੇਲਾ ਨਹੀਂ ਦਿੰਦਾ ਕੋਈ ਅੱਜ ਕੱਲ੍ਹ ਦੇ ਜ਼ਮਾਨੇ 'ਚ। ਛਿੰਦਾ ਕਹਿਣ ਲੱਗਾ, ਕੋਈ ਗੱਲ ਨਹੀਂ, ਜਿੱਥੇ ਦੋ ਪਲ ਰਹੀਆਂ ਨੇ ਉੱਥੇ ਇਹ ਵੀ ਪਲ ਜਾਊ। ਦਾਣਾ ਪਾਣੀ ਤਾਂ ਸਭ ਦਾ ਉੱਪਰ ਵਾਲਾ ਲਿਖਿਆ ਹੀ ਹੁੰਦਾ ਹੈ। ਪਹਿਲਾਂ ਹੀ ਇਹ ਵੀ ਆਪਣੇ ਲੇਖਾਂ ਦਾ ਹੀ ਖਾਊ। ਜਦ ਛਿੰਦਾ ਨਾ ਮੰਨਿਆ ਤਾਂ ਮਾਂ ਪੁੱਤ ਨੇ ਆਪਸ 'ਚ ਸਲਾਹ ਕਰਕੇ ਕੁੜੀ ਉਸਨੂੰ ਦੇ ਦਿੱਤੀ ਤੇ ਕਿਹਾ, ਸਾਡਾ ਅੱਜ ਤੋਂ ਇਸਦੇ ਨਾਲ ਕੋਈ ਸੰਬੰਧ ਨਹੀਂ ਹੈ। ਹੁਣ ਸ਼ਕਲ ਨਹੀਂ ਦਿਖਾਈ ਇਸਦੀ ਕਦੇ ਵੀ। ਸ਼ਾਮ ਨੂੰ ਛਿੰਦਾ ਜਦ ਘਰ ਆਇਆ ਤੇ ਉਸਨੇ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ ਤਾਂ ਪਹਿਲਾਂ ਤਾਂ ਉਹ ਰਾਜੀ ਨਾ ਹੋਈ ਕਿਸੇ ਮਾਂ ਤੋਂ ਉਸਦਾ ਬੱਚਾ ਵੀ ਐਵੇਂ ਖੋਹ ਲੈਣ ਬਾਰੇ ਸੋਚ ਕੇ। ਪਰ ਛਿੰਦੇ ਨੇ ਸਮਝਾਇਆ ਕਿ ਹੋ ਸਕਦਾ ਰੱਬ ਵੀ ਇਹੀ ਚਾਹੁੰਦਾ ਹੋਵੇ। ਸ਼ਾਇਦ ਇਸ ਤੇ ਸਾਡੇ ਘਰ ਪੈਰ ਹੋਣ ਨਾਲ ਸਾਡੇ ਦਿਨ ਵਿੱਚ ਫਿਰ ਜਾਣ। ਛਿੰਦੇ ਤੇ ਨਸੀਬੋ ਨੇ ਉਸਦਾ ਨਾਮ ਕਰਮਨ ਰੱਖਿਆ। ਸਮਾਂ ਬੀਤਣ ਲੱਗਾ। ਹੌਲੀ ਹੌਲੀ ਕਰਮਨ ਨੂੰ ਵੀ ਉਹਨਾਂ ਸਕੂਲ ਪੜ੍ਹਨੇ ਪਾ ਦਿੱਤਾ। ਕਰਮਨ ਦੇ ਆਉਣ ਨਾਲ ਤਾਂ ਜਿਵੇਂ ਛਿੰਦੇ ਦਾ ਘਰੋਂ ਰੁੱਸੀਆਂ ਖੁਸ਼ੀਆਂ ਬਰਕਤ ਵਾਪਸ ਮੁੜ ਆਈਆਂ ਸੀ। ਉਹ ਵੀ ਦਿਨ ਸੀ ਜਦ ਉਸਨੂੰ ਸਾਰਾ ਦਿਨ ਕੰਮ ਨਾ ਮਿਲਣ ਤੇ ਖਾਲੀ ਹੱਥੋਂ ਵਾਪਸ ਘਰ ਆ ਜਾਂਦਾ ਸੀ। ਭੁੱਖੇ ਪਿਆਠੀ ਸੌਣਾ ਪੈਂਦਾ ਸੀ। ਬੱਚਿਆਂ ਦੇ ਛੋਟੇ ਛੋਟੇ ਚਾਅ ਰੀਝਾਂ ਇੱਛਾਵਾਂ ਵੀ ਨਾ ਪੂਰੀਆਂ ਕਰ ਸਕਦੀਆਂ ਚੀਜ਼ ਹਮੇਸ਼ਾ ਉਸਦੇ ਦਿਲ 'ਚ ਉੱਠਦੀ ਰਹਿੰਦੀ ਸੀ। ਪਰ ਹੁਣ ਛਿੰਦੇ ਨੂੰ ਮੰਡੀ 'ਚ ਪੱਕਾ ਕੰਮ ਮਿਲ ਗਿਆ ਸੀ। ਮਹੀਨੇ ਬਾਅਦ 92 ਪੈਸੇ ਮਿਲਣ ਲੱਗ ਜਾਣ ਕਾਰਨ ਉਹ ਖਰਚੇ ਪੱਖੋਂ ਸੌਖੇ ਹੋ ਗਏ ਸੀ। ਹੌਲੀ ਹੌਲੀ 4 ਪੈਸੇ ਜੋੜ ਕੇ ਉਹਨਾਂ ਨੇ ਹੋਰ ਡੰਗਰ ਰੱਖ ਲਏ ਤੇ ਦੁੱਧ ਡੈਰੀਆਂ 'ਚ ਚਪਾਉਣਾ ਸ਼ੁਰੂ ਕਰ ਦਿੱਤਾ। ਕਰਮਨ ਬਿਲਕੁਲ ਆਪਣੇ ਨਾਮ ਵਾਂਗੂ ਸੀ। ਹਰ ਇੱਕ ਕੰਮ ਮਨ ਲਗਾ ਕੇ ਕਰਦੀ ਸੀ। ਹਰ ਇੱਕ ਨੂੰ ਪਿਆਰ ਸਤਿਕਾਰ ਨਾਲ ਬੁਲਾਉਂਦੀ ਸੀ। ਹਾਂਜੀ ਤੋਂ ਬਿਨਾਂ ਕਦੇ ਵੀ ਨਹੀਂ।
ਗੱਲ ਨਾ ਕਰਦੀ ਸੀ ਕਿਸੇ ਨਾਲ ਵੀ। ਪੜ੍ਹਨ 'ਚ ਵੀ ਕਰਮ ਆਪਣੀਆਂ ਬਾਕੀਆਂ ਭੈਣਾਂ ਨਾਲੋਂ ਹੁਸ਼ਿਆਰ ਸੀ। ਹੌਲੀ ਹੌਲੀ ਸਭ ਟੀਚਰ ਦੀ ਲਾਡਲੀ ਬਣ ਗਈ। ਉਹ ਦੇਖਦੇ ਉਹ 5 ਕਲਾਸਾਂ ਪਾਸ ਕਰ ਗਈ। ਹੁਣ ਉਹ ਆਪਣੀਆਂ ਭੈਣਾਂ ਨਾਲ ਦੇ ਪਿੰਡ ਵੱਡੇ ਸਕੂਲ 'ਚ ਜਾਣ ਲੱਗ ਪਈ। ਬਚਨ ਸਿੰਘ ਛਿੰਦੇ ਦਾ ਗੁਆਂਢੀ ਸੀ, ਜਿਸ ਨੂੰ ਉਹ ਤਾਇਆ ਕਹਿੰਦੀ ਸੀ। ਸਿਆਣੀ ਉਮਰ ਦਾ ਹੋਣ ਦੇ ਬਾਵਜੂਦ ਕਦੇ ਵੀ ਉਹ ਕੋਈ ਚੱਜ ਦੀ ਗੱਲ ਨਾ ਕਰਦਾ ਸੀ। ਬਚਨ ਜਦ ਵੀ ਉਹ ਛਿੰਦੇ ਨੂੰ ਕਿਤੇ ਮਿਲਦਾ, ਉਹ ਲੋਕਾਂ ਦੇ ਧੀਆਂ ਪੁੱਤਾਂ ਦੀਆਂ ਗੱਲਾਂ ਕਰਦਾ ਰਹਿੰਦਾ। ਢਲਣੇ ਦੀ ਕੁੜੀ ਆ ਕਰ ਰਹੀ ਹੈ, ਉਸਨੂੰ ਘਰ ਦਾ ਕੰਮ ਨਹੀਂ ਸਿਖਾਉਂਦੇ, ਉਸਦਾ ਮੁੰਡਾ ਆਕਰ ਕਰ ਲਿਆ, ਨਿੰਦਿਆ ਰਹਿੰਦਾ ਸੀ। ਉਹ ਅੱਜ ਵੀ ਉਹ ਇਹੀ ਕੁਝ ਕਹਿ ਰਿਹਾ ਸੀ ਉਸਨੂੰ, ਕਿਉਂ ਛਿੰਦਿਆ ਆਪਣੀ ਦੀ ਕਮਾਈ ਇਹਨਾਂ ਕੁੜੀਆਂ 'ਤੇ ਖਰਾਬ ਕਰੀ ਜਾਂਦਾ ਹੈ। ਘਰੇ ਬਿਠਾ ਕੇ ਘਰ ਦਾ ਕੰਮ ਸਿਖਾ ਇਹਨਾਂ ਨੂੰ ਤੇ ਤੋੜ ਦੇ ਇਹਨਾਂ ਨੂੰ, ਇਹਨਾਂ ਦੇ ਘਰੀ 4 ਛਿੱਲੜ ਜੋੜ ਲਾ, ਕੱਲ੍ਹ ਨੂੰ ਸੌਖਾ ਰਹੂੰ। ਕਿਸੇ ਦੇ ਅੱਗੇ ਕੱਲ੍ਹ ਨੂੰ ਹੱਥ ਪੱਲਾ ਅੱਡੇ ਐਵੇਂ। ਫਿਰ ਪੈਸਿਆਂ ਲਈ ਛਿੰਦਾ ਚੁੱਪਚਾਪ ਸੁਣਦਾ ਰਹਿੰਦਾ ਤੇ ਕਹਿੰਦਾ, ਕੋਈ ਨਾ ਤਾਇਆ, ਉਹ ਬੈਠਾ ਸਭ ਨੂੰ ਸਾਂਭਣ ਵਾਲਾ, ਉੱਪਰ ਆਖੇ ਸਭ ਲੂ ਸਾਂਭ ਲੂ। ਆ ਬਚਨੇ ਦੀ ਘਰ ਭੋਰਾ ਵੀ ਕਦਰ ਨਹੀਂ ਸੀ, ਉਸਦੀ ਨਹੁੰ ਟਿੱਚ ਨਹੀਂ ਜਾਣਦੀ ਸੀ ਉਸਨੂੰ, ਪਰ ਉਹ ਸਾਰੇ ਪਿੰਡ ਨੂੰ ਬਿਨਾਂ ਮੰਗੇ ਸਲਾਹਾਂ ਦਿੰਦਾ ਫਿਰਦਾ। ਨਾਲ ਬਹੁਤ ਮੋਹ ਸੀ, ਹਰ ਜਿੱਦ ਉਹ ਉਸਦੀ ਪੂਰੀ ਕਰਦਾ ਸੀ। ਤੇ ਦੇਖਦੇ ਦੇਖਦੇ ਟਾਈਮ ਬੀਤਣ ਲੱਗਿਆ। ਛਿੰਦੇ ਦੀਆਂ ਕੁੜੀਆਂ ਜਵਾਨ ਹੋਣ ਲੱਗੀਆਂ ਤੇ ਕਰਮਨ ਦੀਆਂ ਭੈਣਾਂ ਨੇ ਤਾਂ 10ਵੀਂ ਤੱਕ ਹੀ ਪੜ੍ਹਾਈ, ਪਰ ਕਰਮਨ ਅੱਗੇ ਪੜ੍ਹ ਕੇ ਕੁਝ ਬਣਨਾ ਚਾਹੁੰਦੀ ਸੀ। ਹੁਣ ਉਹ ਕੱਲੀ ਪਿੰਡੋਂ ਸਕੂਲ ਜਾਣ ਲੱਗ ਪਈ। ਕਰਦੇ ਕਰਾਉਂਦੇ ਉਸਨੇ +2 ਦੇ ਇਮਤਿਹਾਨ ਵੀ ਆ ਗਏ। ਅੱਜ ਜਦ ਉਹ ਆਖਰੀ ਪੇਪਰ ਦੇ ਕੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਕਾਰ ਨਾਲ ਉਸਦਾ ਬਹੁਤ ਬੁਰਾ ਐਕਸੀਡੈਂਟ ਹੋਇਆ। ਬੁਰੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਆਂਦਾ ਗਿਆ। ਉਸਦੇ ਸਰੀਰ 'ਚ ਸਿਰਫ ਕੁਝ ਸਾਹ ਬਾਕੀ ਸਨ। ਜਲਦੀ ਨਾਲ ਉਸਨੂੰ ICU 'ਚ ਲਿਜਾਇਆ ਗਿਆ, ਜਿੱਥੇ ਕਈ ਘੰਟੇ ਉਸਦਾ ਇਲਾਜ ਚੱਲਿਆ। 2 ਮਹੀਨੇ ਚੱਲੇ ਇਲਾਜ ਤੋਂ ਬਾਅਦ ਚਾਹੇ ਉਸਨੂੰ ਛੁੱਟੀ ਦੇ ਦਿੱਤੀ ਗਈ। ਉਸਦੇ ਸਰੀਰ ਜ਼ਖਮ ਹਲੇ ਵੀ ਸਨ, ਪਰ ਖੱਬੀ ਬਾਂਹ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਰਮਨ ਦੇ ਇਲਾਜ ਦੌਰਾਨ ਛਿੰਦੇ ਦੀ ਸਾਰੀ ਜਮ੍ਹਾਂ ਪੂੰਜੀ ਵੀ ਮੁੱਕ ਗਈ। ਫਿਰ ਆਸੇ ਪਾਸੇ ਤੋਂ ਪੈਸੇ ਫੜ ਕੇ ਇਲਾਜ ਕਰਵਾਇਆ ਤੇ ਇਸੇ ਦੌਰਾਨ ਕੰਮ 'ਤੇ ਨਾ ਜਾ ਸਕਣ ਕਰਕੇ ਛਿੰਦੇ ਨੂੰ ਕੰਮ ਤੋਂ ਵੀ ਜਵਾਬ ਮਿਲ ਗਿਆ। ਉਹ ਫਿਰ ਤੋਂ ਕਰਜ਼ੇ ਦੀ ਪੰਡ ਥੱਲੇ ਆ ਗਿਆ। ਘਰ ਹਾਲ ਚਾਲ ਪੁੱਛਣ ਵਾਲਿਆਂ ਦਾ ਆਉਣਾ ਜਾਣਾ ਚੱਲਦਾ ਰਿਹਾ। ਕੁਝ ਦਿਨ ਇੱਕ ਦਿਨ ਉਸਦਾ ਤਾਇਆ ਬਚਨਾ ਆਇਆ। ਹਾਲ ਚਾਲ ਪੁੱਛਣ ਜਾਣ ਲੱਗਾ, ਆਖਣ ਲੱਗਾ, ਨਹੀਂ ਮੰਨੀ ਨਾ ਮੇਰੀ, ਹੁਣ ਦੇਖੀ ਇਸਦੀ ਇੱਕ ਬਾਂਹ ਦੇਖ ਕੇ ਰਿਸ਼ਤਾ ਵੀ ਨਹੀਂ ਜੁੜਨਾ ਇਸਨੂੰ। ਕੋਈ ਬੇਸਵਾਦੀ ਗੱਲਾਂ ਕਰਦਾ ਚਲਾ ਗਿਆ। ਇੱਧਰ ਬਿਸ਼ਨੇ ਦਾ ਪੋਤਾ ਮਾੜੀ ਸੰਗਤ 'ਚ ਕਦੋਂ ਪੈ ਗਿਆ ਉਸਦੇ ਘਰ ਪਤਾ ਨਹੀਂ ਚੱਲਿਆ। ਸਾਰਾ ਦਿਨ ਅਵਾਰਾਗਰਦੀ ਕਰਦਾ ਫਿਰਦਾ ਰਹਿੰਦਾ, ਇੱਧਰ ਉੱਧਰ ਦੇਰ ਰਾਤ ਘਰ ਵੜਦਾ। ਉਹ ਜਦ ਕੋਈ ਕੁਝ ਪੁੱਛੇ ਸਿੱਧੇ ਮੂੰਹ ਗੱਲ ਵੀ ਨਾ ਕਰਨੀ। ਉਸਨੇ ਹੌਲੀ ਹੌਲੀ ਉਸਦੀਆਂ ਆਦਤਾਂ ਵਿਗੜਨੀਆਂ ਸ਼ੁਰੂ ਹੋ ਗਈਆਂ। ਦੋਸਤਾਂ ਨੇ ਪਹਿਲਾਂ ਹੀ ਉਸਨੂੰ ਨਸ਼ੇ ਲਗਾ ਫਰੀ 'ਚ ਦੇ ਕੇ, ਹੁਣ ਜਦ ਉਹ ਆਦਤ ਬਣ ਗਈ ਉਸਦੀ, ਬਿਨਾਂ ਪੈਸੇ ਦੇ ਉਹ ਵੀ ਨਹੀਂ ਦਿੰਦੇ ਤੇ ਜਸ਼ਨ ਘਰੋਂ ਰੋਜ਼ ਪੈਸੇ ਮੰਗਣ ਲੱਗ ਜਾਂਦਾ। ਜਦ ਤੱਕ ਮਿਲਦੇ ਰਹੇ ਉਦੋਂ ਤੱਕ ਤਾਂ ਠੀਕ ਸੀ, ਪਰ ਜਦ ਮਿਲਣੇ ਬੰਦ ਹੋ ਗਏ ਤਾਂ ਉਸਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਘਰੋਂ ਚੋਰੀ ਕਰਨ ਦਿੱਤੀ। ਹੁਣ ਉਸਦੇ ਹੌਸਲੇ ਵਧਣ ਕਾਰਨ ਬਾਹਰ ਵੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਫਿਰ ਉਸਨੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ। ਨਸ਼ੇ ਦੇ ਕਦੇ ਕਿਤੇ ਢਿੱਗਾ ਰਹਿੰਦਾ, ਕਦੇ ਕਿਤੇ ਟੀਕਾ ਲਗਾ ਕੇ। ਹੁਣ ਕਰਮਨ ਦੀ ਹਾਲਤ ਪਹਿਲਾਂ ਨਾਲੋਂ ਸਹੀ ਸੀ, ਹੌਲੀ ਹੌਲੀ ਠੀਕ ਹੋ ਰਹੀ ਸੀ। ਜਦ ਉਸਦਾ +2 ਦਾ ਰਿਜ਼ਲਟ ਆਇਆ ਤਾਂ ਉਹ ਆਪਣੇ ਸਾਰੇ ਜ਼ਿਲ੍ਹੇ 'ਚੋਂ ਅਵੱਲ ਆਈ ਸੀ, ਤਾਂ ਸਾਰਾ ਸਕੂਲ ਸਟਾਫ ਘਰ ਚੱਲ ਕੇ ਉਸਨੂੰ ਵਧਾਈਆਂ ਦੇਣ ਆਇਆ। ਕਰਮਨ ਦੇ ਘਰ ਦੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ। ਹਰ ਕੋਈ ਵਧਾਈਆਂ ਦੇ ਰਿਹਾ ਸੀ ਤੇ ਟੀਚਰ ਨੇ ਪੁੱਛਿਆ, ਪੁੱਤ ਅੱਗੇ ਕੀ ਕਰਨਾ ਹੈ ਤੂੰ? ਤਾਂ ਕਰਮਨ ਕਹਿਣ ਲੱਗੀ, ਮੈਂ ਜੱਜ ਬਣਨਾ ਹੈ ਪੜ੍ਹ ਕੇ। ਇਹ ਗੱਲ ਸੁਣ ਬਚਨਾ ਕਹਿਣ ਲੱਗਾ, ਇੰਨਾ ਪੜ੍ਹ ਲਈ ਆ, ਥੋੜ੍ਹਾ ਆਖੇ ਜੱਜ ਬਣਨਾ ਹੈ, ਪੜ੍ਹੇ ਲਿਖੇ ਲੋਕ ਬਣਦੇ ਆ, ਜੱਜ ਤੁਹਾਡੇ ਵਰਗੇ ਦਿਹਾੜੀਦਾਰ ਨਹੀਂ। ਇੰਨਾ ਆਖੋ ਚਲਾ ਗਿਆ ਤਾਂ ਛਿੰਦਾ ਕਹਿਣ ਹੱਥ ਜੋੜ ਕੇ ਕਹਿਣ ਲੱਗਾ, ਸਭ ਨੂੰ ਤਾਏ ਦੀ ਗੱਲ ਦਾ ਗੁੱਸਾ ਨਾ ਕਰਨਾ। ਬਾਕੀ ਰਹੀ ਪੜ੍ਹਾਈ ਦੀ ਗੱਲ ਤਾਂ ਇਹ
ਚਾਹੁੰਦਾ ਹਾਂ ਮੇਰੀ ਧੀ ਪੜ੍ਹ ਜਾਏ, ਪਰ ਹੁਣ ਮੇਰੇ ਹਾਲਾਤ ਜੇ ਹੋ ਗਏ ਨੇ, ਮੈਂ ਚਾਹ ਕੇ ਵੀ ਪੜ੍ਹਾ ਨਹੀਂ ਸਕਦਾ ਇਸਨੂੰ। ਕਰਮਨ ਦਾ ਸਿਰ ਪਲੋਸਿਆ ਕਹਿਣ ਲੱਗਾ। ਤਾਂ ਸਰਪੰਚ ਕਹਿਣ ਲੱਗਾ, ਬਸ ਇੰਨੀ ਕੁ ਗੱਲ ਛਿੰਦਿਆ, ਮੈਂ ਇਸ ਦੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਕਰਾਂਗਾ, ਪਰ ਮੇਰੀ ਇੱਕ ਸ਼ਰਤ ਹੈ ਪੁੱਤ, ਉਹ ਇਹ ਆ ਕਿ ਅੰਕਲ ਕਰਮਨ ਕਹਿਣ ਲੱਗੀ, ਉਹ ਇਹ ਹੈ ਪੁੱਤ ਕਿ ਤੂੰ ਜੱਜ ਬਣ ਕੇ ਪਹਿਲਾਂ ਆਪਣੇ ਤਾਏ ਦਾ ਮੂੰਹ ਬੰਦ ਕਰਨਾ ਹੈ, ਅਤੇ ਮੇਰੀ ਜਿਸ ਜ਼ਮੀਨ ਦਾ ਕੇਸ ਚੱਲ ਰਿਹਾ ਉਸ ਦਾ ਫੈਸਲਾ ਮੇਰੇ ਹੱਕ 'ਚ ਕਰ ਦੇਈਂ। ਬਸ ਇੰਨੀ ਗੱਲ ਸੁਣ ਸਾਰੇ ਹੱਸ ਪਏ। ਅਤੇ ਉਸ ਦਿਨ ਤੋਂ ਬਾਅਦ ਕਰਮਨ ਨੇ ਪ੍ਰਾਈਵੇਟ BA 'ਤੇ ਫਾਰਮ ਭਰਤੇ, ਘਰ ਰਹਿ ਕੇ ਹੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ, ਅਤੇ ਨਾਲ ਬੈਠੀ ਫ੍ਰੀ ਟਾਈਮ 'ਚ ਜੱਜ ਬਣਨ ਦੇ ਲਈ ਜਾਣਕਾਰੀ ਇਕੱਠੀ ਕਰਦੀ ਰਹਿੰਦੀ ਅਤੇ ਨਾਲੇ ਪੜ੍ਹਦੀ ਰਹਿੰਦੀ। 3 ਸਾਲ ਉਸਨੇ ਖੂਬ ਦੱਬ ਕੇ ਪੜ੍ਹਾਈ ਕੀਤੀ ਅਤੇ ਵਧੀਆ ਨੰਬਰਾਂ ਨਾਲ BA ਪਾਸ ਕੀਤੀ। ਅਤੇ ਹੁਣ ਜਦ ਉਸਨੂੰ ਪੂਰਾ ਵਿਸ਼ਵਾਸ ਸੀ ਆਪਣੇ ਆਪ 'ਤੇ, ਉਸਨੇ ਰੱਬ ਦਾ ਨਾਂ ਲੈ ਕੇ ਜੱਜ ਦੀ ਪ੍ਰੀਖਿਆ ਲਈ ਦਾਖਲਾ ਫਾਰਮ ਭਰ ਦਿੱਤੇ ਅਤੇ ਫਿਰ ਤੋਂ ਪੜ੍ਹਾਈ ਜੁੱਟ ਗਈ। ਫਿਰ ਜਦ ਪੇਪਰ ਦਾ ਦਿਨ ਆਇਆ ਤਾਂ ਆਪਣੇ ਬਾਪੂ ਨਾਲ ਸ਼ਹਿਰ ਪੇਪਰ ਦੇਣ ਲਈ ਗਈ। ਹਰ ਕੋਈ ਕਿਸੇ ਦੀ ਅੰਦਰ ਆ ਕੇ ਆਪਣੀ ਸੀਟ 'ਤੇ ਬੈਠ ਗਈ ਅਤੇ ਪੇਪਰ ਸ਼ੁਰੂ ਹੋਣ ਦਾ ਇੰਤਜ਼ਾਰ ਕਰਨ ਲੱਗੀ। ਕੁਝ ਦੇਰ ਬਾਅਦ ਪੇਪਰ ਸ਼ੁਰੂ ਹੋ ਗਿਆ। ਪੇਪਰ ਬਹੁਤ ਮੁਸ਼ਕਲ ਸੀ, ਪਰ ਕਰਮਨ ਦੀ ਸਾਲਾਂ ਦੀ ਕੀਮਤ ਮਿਹਨਤ ਅੱਜ ਬੂਰ ਪੈਣ ਵਾਲਾ ਸੀ। ਉਸਨੇ ਸਾਰਾ ਪੇਪਰ ਬਹੁਤ ਵਧੀਆ ਤਰੀਕੇ ਨਾਲ ਹੱਲ ਕਰ ਲਿਆ ਸੀ, ਅਤੇ ਜਦ ਪੇਪਰ ਖਤਮ ਹੋਇਆ ਤਾਂ ਜਦ ਉਹ ਬਾਹਰ ਆਈ ਤਾਂ ਉਸਦੇ ਚਿਹਰੇ 'ਤੇ ਖੁਸ਼ੀ ਦੇ ਭਾਵ ਨਜ਼ਰ ਆ ਰਹੇ ਸਨ। ਉਹ ਘਰ ਨੂੰ ਵਾਪਸ ਆ ਗਈ। ਆਖਰ ਉਹ ਦਿਨ ਵੀ ਆ ਗਿਆ ਜਦ ਉਸਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਰਿਜ਼ਲਟ ਦਾ। ਉਹ ਆਪਣੇ ਬਾਪੂ ਨਾਲ ਸ਼ਹਿਰ ਨਤੀਜਾ ਪਤਾ ਕਰਨ ਗਈ। ਜਦ ਉਸ ਨਤੀਜਾ ਦੇਖਿਆ ਤਾਂ ਖੁਸ਼ੀ ਨਾਲ ਉਸਦੇ ਪੈਰ ਹੀ ਜ਼ਮੀਨ 'ਤੇ ਲੱਗ ਰਹੇ ਸੀ। ਉਸ ਦਾ ਨਾਮ ਜੱਜ ਦੇ ਤੌਰ 'ਤੇ ਚੁਣੇ ਗਏ ਵਿਦਿਆਰਥੀਆਂ ਵਿੱਚੋਂ ਸੀ। ਜਦ ਉਸਨੇ ਇਹ ਗੱਲ ਬਾਪੂ ਨੂੰ ਦੱਸੀ ਤਾਂ ਖੁਸ਼ੀ ਦੇ ਮਾਰੇ ਉਸਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ। ਕਰਮਨ ਨੂੰ ਘੁੱਟ ਕੇ ਉਸਨੇ ਸੀਨੇ ਲਗਾ ਲਿਆ। ਉਸਨੂੰ ਉਸਦੀ ਹੁਣ ਤੱਕ ਦੀ ਤਪੱਸਿਆ ਸਫਲ ਹੋ ਗਈ ਜਾਪ ਰਹੀ ਸੀ, ਅਤੇ ਉਹਨਾਂ ਨੇ ਫਿਰ ਜਲਦੀ ਨਾਲ ਬਰਫੀ ਦਾ ਡੱਬਾ ਲਿਆ ਅਤੇ ਪਿੰਡ ਵੱਲ ਨੂੰ ਚੱਲ ਪਏ। ਸਿੱਧਾ ਉਹ ਪਹਿਲਾਂ ਸਰਪੰਚ ਦੇ ਘਰ ਗਏ, ਅਤੇ ਸਰਪੰਚ ਕਿਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਹਨਾਂ ਨੂੰ ਇਸ ਟਾਈਮ ਘਰ ਆਇਆਂ ਦੇਖ ਕੇ ਪੁੱਛਣ ਲੱਗਾ, ਸਭ ਸੁੱਖ ਤਾਂ ਹੈ? ਤਾਂ ਛਿੰਦੇ ਨੇ ਸਾਰੀ ਗੱਲ ਸੁਣਾਈ ਅਤੇ ਡੱਬਾ ਖੋਲ੍ਹ ਕੇ ਅੱਗੇ ਕਰ ਦਿੱਤਾ। ਸਰਪੰਚ, ਉਹ ਵਾਹ, ਕਮਾਲ ਕਰਤੀ ਭਾਈ, ਪੱਲੇ ਵੀ ਮੇਰੇ ਸ਼ੇਰ ਪੁੱਤ ਦੇ, ਮੇਰੇ ਬੋਲਾਂ ਦੀ ਲਾਜ ਰੱਖ ਲਈ ਪੁੱਤ ਤੂੰ ਹੈਂ। ਸੱਚੀ ਬਹੁਤ ਖੁਸ਼ ਹਾਂ ਮੈਂ। ਆਪਣੀ ਜੇਬ 'ਚੋਂ 500 ਦਾ ਨੋਟ ਕੱਢ ਕੇ ਕਰਮਨ ਦੇ ਹੱਥ ਰੱਖਦਿਆਂ ਬੋਲਿਆ, ਆ ਲੈ। ਇਸ 'ਤੇ ਕਰਮਨ ਕਹਿਣ ਲੱਗੀ, ਅੰਕਲ ਇਹ ਕੀ, ਤੁਸੀਂ ਪਹਿਲਾਂ ਹੀ ਬਹੁਤ ਕੁਝ ਦੇ ਚੁੱਕੇ ਹੋ ਮੈਨੂੰ, ਨਹੀਂ ਹੁਣ ਹੋਰ ਨਹੀਂ ਲੈਣਾ ਮੈਂ ਕੁਝ ਤਾਂ। ਸਰਪੰਚ ਕਹਿਣ ਲੱਗਾ, ਪੁੱਤ ਧੀਆਣੀਆਂ ਨੂੰ ਦੇਈਦਾ ਹੁੰਦਾ ਅਤੇ ਲਈਦਾ ਨਹੀਂ ਹੁੰਦਾ ਕੁਝ। ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ ਅਤੇ ਜਦ ਉਸਨੇ ਵੀ ਜੱਜ ਬਣਨ ਦੀ ਗੱਲ ਸੁਣੀ ਤਾਂ ਬਹੁਤ ਖੁਸ਼ ਹੋਈ ਅਤੇ ਬਹੁਤ ਸਾਰਾ ਪਿਆਰ ਦਿੱਤਾ ਅਤੇ ਕਿਹਾ, ਹਲੇ ਪਿੰਡ 'ਚ ਕਿਸੇ ਨੂੰ ਦੱਸਣਾ ਕੁਝ ਵੀ। ਜਦ ਉਹ ਜੱਜ ਬਣ ਕੇ ਆਪਣੇ ਘਰ ਆਵੇਗੀ ਤਾਂ ਆਪੇ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ ਹੈ। ਫਿਰ ਉਹ ਆਪਣੇ ਘਰ ਆ ਗਏ ਅਤੇ ਸਾਰਾ ਪਰਿਵਾਰ ਅੱਜ ਬਹੁਤ ਖੁਸ਼ ਸੀ। ਸਭ ਤੋਂ ਵੱਧ ਕਰਮਨ, ਅਤੇ ਉਸ ਤਾਂ ਖੁਸ਼ੀ ਦੇ ਮਾਰੇ ਨੀਂਦ ਨਹੀਂ ਆਈ। ਕੁਝ ਦਿਨਾਂ ਬਾਅਦ ਉਸਦਾ ਡਿਊਟੀ ਜੁਆਇਨ ਦਾ ਖਤ ਆ ਗਿਆ ਅਤੇ ਉਸਦੀ ਖੁਸ਼ੀ ਉਦੋਂ ਡਬਲ ਹੋ ਗਈ ਜਦ ਉਸਨੇ ਆਪਣੇ ਹੀ ਸ਼ਹਿਰ ਦੇ ਕੋਰਟ 'ਚ ਲੱਗ ਗਈ ਸੀ। ਅੱਜ ਡਿਊਟੀ ਦੇ ਪਹਿਲੇ ਦਿਨ ਉਸਦੇ ਕੋਲ ਬਚਨੇ ਦੇ ਪੋਤੇ ਜਸ਼ਨ ਦਾ ਕੇਸ ਆਇਆ, ਜੋ ਕਤਲ ਦੇ ਕੇਸ 'ਚ ਅੰਦਰ ਬੰਦ ਸੀ, ਜਿਸ ਦਾ ਉਸਨੇ ਕਤਲ ਕੀਤਾ ਸੀ ਸਾਥੀ ਨਾਲ ਮਿਲ ਕੇ। ਉਹ ਕੋਈ ਹੋਰ ਨਹੀਂ, ਕਰਮਨ ਦੀ ਦਾਦੀ ਸੰਤੀ ਸੀ। ਜਸ਼ਨ ਤੇ ਉਸਦਾ ਸਾਥੀ ਚੋਰੀ ਦੇ ਇਰਾਦੇ ਨਾਲ ਉਹਨਾਂ ਘਰ ਵੜੇ ਸੀ, ਪਰ ਦਾਦੀ ਦੀ ਅੱਖ ਖੁੱਲ੍ਹ ਜਾਣ ਕਾਰਨ ਉਸਨੇ ਉਹਨਾਂ ਨੂੰ ਦੇਖ ਕੇ ਰੌਲਾ ਪਾਉਣ ਹੀ ਲੱਗੀ ਸੀ ਕਿ ਉਹਨਾਂ ਨੇ ਰਲ ਕੇ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਪਰ ਜਦ ਉਹ ਗੱਲ ਘੁੱਟ ਰਹੇ ਸਨ ਤਾਂ ਦਾਦੀ ਦਾ ਪੈਰ ਜਿਸ ਟੇਬਲ 'ਤੇ ਗਲਾਸ ਪਿਆ ਸੀ ਉਸ ਵਿੱਚ ਵੱਜਾ ਤਾਂ ਗਲਾਸ ਡਿੱਗਣ ਨਾਲ ਖੜਕਾ ਹੋਣ ਕਾਰਨ ਸੁੱਤੇ ਬਿਸ਼ਨੇ ਦੀ ਅੱਖ ਖੁੱਲ੍ਹ ਗਈ। ਜਦ ਅੰਦਰ ਹਲਚਲ ਹੋਈ ਦੇਖੀ ਤਾਂ ਅੰਦਰ ਆਇਆ ਆਪਣੀ ਮਾਂ ਦੀ ਲਾਸ਼ ਦੇਖ ਕੇ ਜਸ਼ਨ ਨੇ ਝਪਟ ਪਿਆ ਤੇ ਰੌਲਾ ਪੈ ਗਿਆ। ਲੋਕੀ ਇਕੱਠੇ ਹੋ ਗਏ। ਜਸ਼ਨ ਦਾ ਸਾਥੀ ਭੱਜ ਗਿਆ, ਪਰ ਸਾਰੇ ਸਬੂਤ ਜਸ਼ਨ ਖਿਲਾਫ ਸਨ। 100 ਨੂੰ ਉਮਰ ਕੈਦ ਬੋਲੀ ਗਈ ਤੇ ਬਚਨ
ਬਚਨਾ ਰੋਂਦਾ ਪਿੱਟਦਾ ਖਾਲੀ ਹੱਥ ਘਰ ਵਾਪਸ ਆ ਗਿਆ। ਆਖੇ ਛਿੰਦੇ ਦੀ ਕੁੜੀ ਮੇਰੇ ਪੁੱਤ ਖਾ ਗਈ। ਲੋਕੀ ਸੋਚਣ ਪੁੱਤ ਤੇ ਮੋਹ 'ਚ ਪਾਗਲ ਹੋ ਗਿਆ, ਪੋਤੇ ਦੇ ਮੋਹ 'ਚ ਪਾਗਲ ਹੋ ਗਿਆ। ਸ਼ਾਮ ਨੂੰ ਜਦ ਕਰਮਨ ਆਪਣੇ ਘਰ ਆਈ ਤਾਂ ਉਸਦੀ ਸਰਕਾਰੀ ਗੱਡੀ ਅੱਗੇ ਪੁਲਿਸ ਦੀ ਜੀਪ ਸਾਇਰਨ ਮਾਰਦੀ ਆ ਰਹੀ ਸੀ। ਸਾਰੇ ਪਿੰਡ ਵਾਲੇ ਘਰੋਂ ਘਰੀ ਬਾਹਰ ਆ ਗਏ ਦੇਖਣ ਕੀ ਹੋ ਰਿਹਾ ਹੈ। ਤੇ ਜਦ ਉਹ ਗੱਡੀ ਕਰਮਨ ਦੇ ਘਰ ਅੱਗੇ ਰੁਕੀ ਤਾਂ ਪੁਲਿਸ ਵਾਲਾ ਭੱਜ ਕੇ ਉਤਰਿਆ ਤੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ। ਜਦ ਉਹ ਗੱਡੀ ਵਿੱਚੋਂ ਕਰਮਨ ਉਤਰੀ ਤਾਂ ਸਾਰੇ ਪਿੰਡ ਵਾਲੇ ਹੈਰਾਨ ਸਨ। ਘਰ ਦੇ ਅੰਦਰ ਗਈ ਤੇ ਸਾਰਿਆਂ ਨੂੰ ਮਿਲੀ ਤੇ ਪਿੱਛੇ ਹੀ ਉਸਦਾ ਬਾਪੂ ਬਿਸ਼ਨਾ ਆ ਗਿਆ। ਆਖਣ ਲੱਗਾ, ਧੀਏ ਮਾਫ਼ ਕਰ ਦੇ ਮੈਨੂੰ, ਅੱਜ ਘਰ ਚੱਲੀਏ, ਮੈਂ ਤੇਰਾ ਪਿਓ ਹਾਂ। ਜਦ ਇਹੀ ਗੱਲ ਉਸਨੇ ਆਪਣੇ ਪਿਓ ਛਿੰਦੇ ਨੂੰ ਪੁੱਛੀ ਕਿ ਇਹ ਕੌਣ ਹੈ ਤਾਂ ਉਸਨੇ ਸਭ ਸੱਚ ਦੱਸ ਦਿੱਤਾ। ਬਾਅਦ ਵਿੱਚ ਕਰਮਨ ਬਿਸ਼ਨੇ ਨੂੰ ਆਖਣ ਲੱਗੀ, ਬਾਪੂ ਜੀ ਮੈਂ ਧੀ ਨਹੀਂ ਹਾਂ, ਮੈਂ ਤਾਂ ਪੱਥਰ ਹਾਂ ਜੋ ਵਿਹੜੇ 'ਚ ਰੁਲਦਾ ਰਹਿਣਾ ਹੈ। ਜੇ ਉਸ ਦਿਨ ਮੇਰਾ ਇਹ ਪਿਓ ਹਿੰਮਤ ਨਾ ਕਰਦਾ ਤਾਂ ਸ਼ਾਇਦ ਅੱਜ ਮੈਂ ਵੀ ਨਾ ਹੁੰਦੀ। ਪਰ ਤੁਸੀਂ ਚਿੰਤਾ ਨਾ ਕਰੋ, ਹੁਣ ਆਪਣੀਆਂ ਦੋਵੇਂ ਮਾਵਾਂ ਤੇ ਬਾਪੂ ਸਾਂਭ ਲਵਾਂਗੀ, ਤੁਸੀਂ ਜਾ ਸਕਦੇ ਹੋ। ਫਿਰ ਕੁਝ ਮਹੀਨਿਆਂ ਬਾਅਦ ਉਸਨੇ ਸਰਪੰਚ ਦਾ ਕੇਸ ਦਾ ਫੈਸਲਾ ਵੀ ਉਸਦੇ ਹੱਕ 'ਚ ਕਰਵਾਤਾ। ਆਪਣੀਆਂ ਭੈਣਾਂ ਨੂੰ ਵਧੀਆ ਘਰ ਵਿਆਹ ਕੇ ਅੱਜ ਆਪਣੇ ਮਾਪਿਆਂ ਨਾਲ ਖੁਸ਼ੀ-ਖੁਸ਼ੀ ਰਹਿ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਕਰੋ ਸਬਸਕ੍ਰਾਈਬ। ਜੇ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗੀਆਂ ਤਾਂ ਲਾਈਕ ਕਰੋ, ਸ਼ੇਅਰ ਕਰੋ। ਧੰਨਵਾਦ ਜੀ।